So the topic of discussion is again coloring, and the first question is, what will be the chromatic number of complete graph with n vertices? Explain. The complete graph ਜਿਹੜਾ ਹੁੰਦਾ ਹੈ ਜਿਸ ਦੇ ਵਿੱਚ n vertices ਹੈ ਉਹਦਾ chromatic number ਕੀ ਹੋਏਗਾ ਉਸ ਦੇ ਬਾਰੇ ਦੱਸਣਾ ਹੈਗਾ, ਕਿਉਂਕਿ complete graph ਦੀ ਪ੍ਰੋਪਰਟੀ ਹੁੰਦੀ ਹੈ ਹਰੇਕ vertex ਨੂੰ ਬਾਕੀ ਸਾਰੀਆਂ vertices ਨਾਲ ਕਨੈਕਟ ਕਰਨਾ ਹੀ ਕਰਨਾ ਹੈ. That means every two vertices are adjacent in the complete graph. क्योंकि हर एक दो वर्टिसेस ਦੇ ਵਿੱਚ ਐਜ ਹੈਗੀ ਆ ਕੰਪਲੀਟ ਗ੍ਰਾਫ ਚ, ਤਾਂ ਹਰ ਇੱਕ ਦੋ वर्टिसेस ਐਡਜੈਸੈਂਟ ਹੈ, ਤਾਂ ਇਟ ਮੀਨਸ ਕੀ ਹੋਇਆ ਹਰ ਇੱਕ वर्टेक्स ਜਿਹੜੀ ਹੈ ਉਹ ਆਪਣੀਆਂ ਰਿਮੇਨਿੰਗ n- वर्टिसेस ਨਾਲ ਜੁੜੀ ਹੋਈ ਹੈ. then a vertex v is connected to exactly n-1 vertices. ਤਾਂ ਇਸ ਮੀਨਸ ਕੀ ਹੋਇਆ ਕਿ ਕਿਸੇ ਦਾ ਵੀ ਕਲਰ ਅਸੀਂ ਜਿਹੜਾ ਹੈ ਸੇਮ ਨਹੀਂ ਕਰ ਸਕਦੇ, ਕੋਈ ਵੀ ਦੋ वर्टिसेस ਦਾ ਕਲਰ ਅਸੀਂ ਸੇਮ ਨਹੀਂ ਕਰ ਸਕਦੇ. so all the vertices must have different colors. So the number of colors will be required. कितने vertices हैं उन्हीं colors required होंगे, फिर n colors ही required. तो that means जेड़ा graph हैगा वो की होएगा n chromatic होएगा. तो for example जिਵੇਂ मैं उरे ਤੁਹਾਨੂੰ show कर देना, कोई भी एक graph मैं ले लेना, suppose 3 vertices ਦਾ complete graph ले लेना, क्योंकि इसनों ਇਹਦੇ ਨਾਲ भी connect करना है, complete graph है, इसनों ਇਹਦੇ ਨਾਲ भी इसनों. ਤਾਂ ਹੁਣ ਜੇ ਤੁਸੀਂ ਇਸ ਦਾ ਕਲਰ ਰੈੱਡ ਕਰ ਦਿੱਤਾ ਤਾਂ ਸ਼ੋਰਲੀ ਤੁਸੀਂ ਇਹਦਾ ਕਲਰ ਵੀ ਰੈੱਡ ਨਹੀਂ ਕਰ ਸਕਦੇ, ਇਹਦਾ ਵੀ ਰੈੱਡ ਨਹੀਂ ਕਰ ਸਕਦੇ. ਇਹਦਾ ਸਪੋਜ਼ ਤੁਸੀਂ ਯੈਲੋ ਕਰ ਦਿੱਤਾ, ਤੇ ਜੇ ਇਹਦਾ ਯੈਲੋ ਕਰਤਾ ਨਾ ਹੁਣ ਇਹਦਾ ਰੈੱਡ ਹੋ ਸਕਦਾ, ਨਾ ਯੈਲੋ, ਇਹਦਾ ਗ੍ਰੀਨ ਹੀ ਕਰਨਾ ਪਏਗਾ. ਤਾਂ ਰੀਜ਼ਨ ਇਹੀ ਹੈ ਕਿਉਂਕਿ ਹਰੇਕ ਵਰਟੈਕਸ ਬਾਕੀ ਦੋ ਵਰਟਿਸਿਸ ਨਾਲ ਜੁੜਿਆ ਹੋਇਆ, ਤਾਂ ਕਿਸੇ ਦਾ ਵੀ ਕਲਰ ਜਿਹੜਾ ਹੈ ਅਸੀਂ ਸੇਮ ਨਹੀਂ ਰੱਖ ਸਕਦੇ, ਤਾਂ ਅਲੱਗ ਕਲਰਸ ਹੀ ਤਿੰਨਾਂ ਵਾਸਤੇ ਸਾਨੂੰ ਰਿਕੁਆਇਰਡ ਹੈ. ਚਾਹੇ 4 ਵਰਟਿਸਿਸ ਵਾਲਾ ਬਣਾ ਲਓ, ਚਾਹੇ ਫਿਰ 5 ਵਰਟਿਸਿਸ ਵਾਲਾ, ਯੂ ਕੈਨ ਚੈੱਕ ਇਟ. So in this way every complete graph is n-chromatic. So now the theorems based on the topic coloring. The first theorem is prove that following statements are equivalent for a graph G. Number one is G is two colorable. G is two colorable means in G we have coloring with two colors only. That means G to color the vertices of G there are required two colors. And G is bipartite. Bipartite graph ये पहला भी ऐसे टॉपिक ਦੇ ਵਿੱਚ मैं पिछले वीडियोस ਦੇ ਵਿੱਚ डिस्कस ਕੀਤਾ ਸੀਗਾ. Bipartite is that graph in which vertex set can be divided into two subsets. Let us suppose A set contains these three vertices, B set contains these two vertices. Then bipartite means you have to join a vertex of A with the vertex of B. You don't have to join the vertex of A with the vertex of B. ਤਾਂ ਇਹਨਾਂ ਨੂੰ ਆਪਸ ਨਹੀਂ ਜੁਆਇਨ ਕਰਨਾ ਹੈਗਾ, ਬਟ ਆਪੋਜ਼ਿਟ ਜਿਹੜੇ ਸੈੱਟ ਦੇ ਵਿੱਚ ਵਰਟਿਸਿਸ ਹੈ ਉਹਨਾਂ ਨਾਲ ਜੁਆਇਨ ਕਰਨਾ ਹੈ. ਕੈਨ ਬੀ ਲਾਈਕ ਦਿਸ, ਕੈਨ ਬੀ ਲਾਈਕ ਦਿਸ. ਠੀਕ ਹੈ, ਇਹਨੂੰ ਫਰਦਰ ਤੁਸੀਂ ਇਹਦੇ ਨਾਲ ਵੀ ਜੁਆਇਨ ਕਰ ਸਕਦੇ ਹੋ, ਇਹਨੂੰ ਇਹਦੇ ਨਾਲ ਵੀ ਜੁਆਇਨ ਕਰ ਸਕਦੇ ਹੋ. ਤਾਂ ਇਹੀ ਪੋਸੀਬਲ ਐਜਿਸ ਇਹਦੇ ਵਿੱਚ ਬਣ ਸਕਦੀਆਂ, ਹੋਰ ਕੋਈ ਨਹੀਂ ਬਣ ਸਕਦੀਆਂ. ਇਹ ਨਾ ਇਹਨਾਂ ਨੂੰ ਆਪਸ ਦੇ ਵਿੱਚ ਜੁਆਇਨ ਕਰਾਣਾ ਤੇ ਨਾ ਇਹਨਾਂ ਨੂੰ ਆਪਸ ਦੇ ਵਿੱਚ ਜੁਆਇਨ ਕਰਵਾਉਣਾ ਹੈ. ਸੋ G is bipartite. And number 3, G contains no odd cycle. No odd cycle ਦਾ ਮਤਲਬ ਕੀ ਹੁੰਦਾ ਹੈ? If there is a circuit in the graph, circuit means the closed path. ਅਸੀਂ ਅਗਰ ਗ੍ਰਾਫ ਦੇ ਵਿੱਚ ਕੋਈ ਪਾਥ ਟ੍ਰੇਸ ਕੀਤਾ, ਸਪੋਜ਼ ਜਿਵੇਂ ਆ ਗ੍ਰਾਫ ਹੈ ਕੋਈ, ਇਸ ਦੇ ਵਿੱਚ ਆ ਪਾਥ ਟ੍ਰੇਸ ਕੀਤਾ, ਠੀਕ ਹੈ, ਇੱਥੋਂ ਦੀ ਪਹਿਲਾਂ ਇਸ ਵਰਟੈਕਸ ਤੱਕ ਮੂਵ ਕੀਤੇ, ਫਿਰ ਇਸ ਵਰਟੈਕਸ ਤੱਕ, ਫਿਰ ਇਸ ਵਰਟੈਕਸ ਤੱਕ, ਔਰ ਵਾਪਸ ਫਿਰ ਇਹਦੇ ਕੋਲ ਆ ਗਏ, ਤਾਂ ਇਹ ਕਲੋਜ਼ਡ ਪਾਥ ਹੋ ਗਿਆ. ਜਿਹੜੇ ਵਰਟੈਕਸ ਤੋਂ ਸਟਾਰਟ ਕੀਤਾ ਸੀ ਉੱਥੇ ਹੀ ਆ ਗਏ. ਤਾਂ ਹੁਣ ਇਸ ਕਲੋਜ਼ਡ ਪਾਥ ਦੇ ਵਿੱਚ ਐਜਸ ਕਾਊਂਟ ਕਰੋ ਕਿੰਨੀਆਂ ਯੂਜ਼ ਹੋਈਆਂ, 1 2 3 4, ਈਵਨ ਨੰਬਰ ਆਫ ਐਜਸ. ਤਾਂ ਇਟ ਮੀਨਸ ਇਟ ਇਜ਼ ਏ ਈਵਨ ਸਾਈਕਲ. ਜੇ ਇਸ ਪਾਥ ਦੇ ਵਿੱਚ ਮੰਨ ਲਓ ਜੇ ਮੈਂ ਇਹ ਚੀਜ਼ ਕਰ ਦਿੰਦਾ, ਐਵੇਂ ਇਹ ਵਾਲੀ ਐਜ ਡਰਾ ਕਰ ਦਿੰਦਾ, ਤਾਂ ਸਰਕਟ ਜਿਹੜਾ ਹੈ ਉਹ ਐਵੇਂ ਵੀ ਬਣ ਸਕਦਾ ਸੀ. ਦਿਸ ਵਰਟੈਕਸ, ਫਿਰ ਇਹ ਵਾਲੀ ਐਜ, ਫਿਰ ਇਧਰੋਂ ਇਹ ਵਾਲੀ ਐਜ, ਤਾਂ ਕਿੰਨੀ ਐਜਸ ਹੋ ਗਈਆਂ ਉਹਨੇ? 3 ਹੋ ਗਈ. ਤਾਂ ਇਹ ਹੋ ਜਾਂਦਾ ਆਡ ਸਾਈਕਲ. ਤਾਂ ਜੇਕਰ ਸਾਈਕਲ ਦੇ ਵਿੱਚ ਈਵਨ ਨੰਬਰ ਆਫ ਐਜਸ ਹੈ, ਤਾਂ ਦਾ ਸਾਈਕਲ ਇਜ਼ ਕਾਲਡ ਈਵਨ ਸਾਈਕਲ. ਜੇ ਐਜਸ ਦੇ ਵਿੱਚ ਆਡ ਨੰਬਰ ਆਫ ਸਾਈਕਲ ਹੈ, ਗ੍ਰਾਫ ਦੇ ਵਿੱਚ ਜਿਹੜਾ ਸਾਈਕਲ ਆ ਉਹਦੇ ਵਿੱਚ ਆਡ ਨੰਬਰ ਆਫ ਐਜਸ ਹੈ, ਤਾਂ ਉਹ ਹੋ ਜਾਂਦਾ ਆਡ ਸਾਈਕਲ. ਤਾਂ ਉਰੇ ਉਹਨੇ ਕਿਹਾ ਕਿ ਗ੍ਰਾਫ ਦੇ ਵਿੱਚ ਐਸੀ ਸਿਚੁਏਸ਼ਨ ਨਹੀਂ ਹੈਗੀ ਕਿ ਕੋਈ ਵੀ ਆਡ ਸਾਈਕਲ ਨਹੀਂ ਹੈਗਾ, ਜਿੰਨੇ ਵੀ ਸਾਈਕਲਸ ਹਨ ਉਹ ਈਵਨ ਸਾਈਕਲਸ ਹੋ. ਤੇ ਇਹਨਾਂ ਤਿੰਨ ਕੰਡੀਸ਼ਨਸ ਨੂੰ ਅਸੀਂ ਇਕੁਇਵਲੈਂਟ ਜਿਹੜਾ ਹੈ ਉਰੇ ਸ਼ੋ ਕਰਨਾ ਹੈਗਾ. that means we will prove the theorem like this: A implies B, then B implies C, and then C implies A. In this way all these three will become equivalent to each other. So firstly A implies B. A implies B. A will be supposed as G is two colorable graph. That means to color the vertices of graph we need two colors. Then graph G अगर two colorable है तो ਅਸੀਂ ਕੀ ਕਰਦੇ ਹਾਂ, ਦੋ colors ਉਹਦੇ ਵਿੱਚ use ਹੋਏ ਆ. vertex set V1 ਤੇ V2 ਅਸੀਂ ਬਣਾ ਲੈਂਦੇ ਆ. The graph has two set of vertices V1 and V2 with different colors, say red and blue. That means V1 ਜਿਹੜਾ set of vertices ਹੈ ਉਹਦੇ ਵਿੱਚ ਅਸੀਂ ਉਹ vertices ਰੱਖ ਲਈਆਂ ਜਿਨ੍ਹਾਂ ਦਾ color red ਹੈ suppose, और V2 ਜਿਹੜਾ set ਹੈ ਇਹਦੇ ਵਿੱਚ ਉਹ vertices ਰੱਖ ਲਈਆਂ ਜਿਨ੍ਹਾਂ ਦਾ color suppose blue ਹੈ. Because we are given graph is two colorable, ਉਹਦੇ ਵਿੱਚ ਦੋ colors use ਹੋਏ ਹੋਏ. So red and blue suppose कितने ਅਸੀਂ use कितने हैं, और V1 ਦੇ ਵਿੱਚ ਉਹ vertices ਰੱਖ ਲਈਆਂ ਜਿਨ੍ਹਾਂ ਦਾ color red ਹੈ,
और V2 ਦੇ ਵਿੱਚ ਉਹ ਵਰਟਿਸਿਸ ਰੱਖ ਲਏ ਜਿਨ੍ਹਾਂ ਦਾ ਕਲਰ ਬਲੂ। ਤੇ ਆਬਵੀਅਸਲੀ V1 ਦੇ ਵਿੱਚ ਜਿਹੜੀਆਂ ਵਰਟਿਸਿਸ ਅਸੀਂ ਰੱਖੀਆਂ ਰੈੱਡ ਕਲਰ ਦੀਆਂ ਨੇ ਸਾਰੀਆਂ, ਤੇ ਇਹਦਾ ਮਤਲਬ ਉਹ ਆਪਸ ਦੇ ਵਿੱਚ ਐਡਜਸੈਂਟ ਨਹੀਂ ਹੋ ਸਕਦੀ, ਕਿਉਂਕਿ ਇਹਦਾ ਵੀ ਕਲਰ ਰੈੱਡ ਹੈ, ਇਹਦਾ ਵੀ ਕਲਰ ਰੈੱਡ ਹੈ, ਇਹਦਾ ਵੀ ਕਲਰ ਰੈੱਡ ਹੈ, ਤਾਂ ਇਹਨਾਂ ਦੇ ਵਿੱਚ ਐਡਜ ਅਸੀਂ ਨਹੀਂ ਬਣਾ ਸਕਦੇ। ਤਾਂ ਇਟ ਮੀਨਸ ਇਹ ਜਿੰਨੀਆਂ ਵੀ ਵਰਟਿਸਿਸ ਹੈ V1 ਦੇ ਵਿੱਚ, ਇਹ ਨॉन ਐਡਜਸੈਂਟ ਹੈ, ਇਹ ਆਪਸ ਦੇ ਵਿੱਚ ਨਹੀਂ ਜੁੜੀਆਂ ਹੋਣ, ਡਾਇਰੈਕਟ ਐਜ ਦੇ ਨਾਲ ਨਹੀਂ ਜੁੜੀਆਂ ਹੋਣਗੀਆਂ। ਬਾਕੀ ਪਾਥ ਜ਼ਰੂਰ ਹੋ ਸਕਦਾ, ਇਹ ਨਹੀਂ ਅਸੀਂ ਕਹਿੰਦੇ, ਡਾਇਰੈਕਟ ਐਜ ਨਹੀਂ ਹੋਊਗੀ, ਐਡਜਸੈਂਟ ਨਹੀਂ ਹੋਊਗੀ। ਤੇ ਇਸੇ ਤਰ੍ਹਾਂ V2 ਦੇ ਵਿੱਚ ਵੀ ਸਾਰੀਆਂ ਵਰਟਿਸਿਸ ਦਾ ਕਲਰ ਕਿਉਂਕਿ ਬਲੂ ਹੈ, ਤਾਂ ਇਟ ਮੀਨਸ ਇਹ ਵੀ ਆਪਸ ਦੇ ਵਿੱਚ ਐਡਜਸੈਂਟ ਨਹੀਂ ਹੋਣਗੇ। ਤਾਂ ਇਟ ਮੀਨਸ ਇਹੀ ਹੁੰਦੀ ਸੀ ਬਾਈਪਾਰਟਿਟ ਗ੍ਰਾਫ ਦੀ ਕੰਡੀਸ਼ਨ ਕਿ ਵਰਟੈਕਸ ਸੈੱਟ ਦੋ ਹਿੱਸਿਆਂ 'ਚ ਪਾਰਟੀਸ਼ਨ ਹੋ ਜੇ, ਔਰ ਜਿਹੜੀਆਂ ਇੱਕ ਸੈੱਟ ਦੇ ਵਿੱਚ ਵਰਟਿਸਿਸ ਆ ਗਈਆਂ ਉਹ ਆਪਸ ਦੇ ਵਿੱਚ ਐਡਜਸੈਂਟ ਨਹੀਂ ਹੋਣੀਆਂ ਚਾਹੀਦੀਆਂ, ਔਰ ਜਿਹੜੀਆਂ ਦੂਸਰੇ ਸੈੱਟ ਦੇ ਵਿੱਚ ਵਰਟਿਸਿਸ ਆ ਗਈਆਂ ਉਹ ਵੀ ਆਪਸ ਦੇ ਵਿੱਚ ਐਡਜਸੈਂਟ ਨਹੀਂ ਹੋਣੀਆਂ ਚਾਹੀਦੀਆਂ। And this is the condition for the bipartite graph which is satisfied. So we can say that implies G is a bipartite graph. Therefore, V1, V2 is partition of G, which implies G is bipartite. Now B implies C. That means we will suppose G is bipartite and prove that G contains no odd cycle. So let G is bipartite graph. So vertex set दो हिस्सों में partition करना सी। एक example मैं उन्हें create की है, you can see. ਅਸੀਂ ਵਰਟੈਕਸ ਸੈਟ ਨੂੰ ਦੋ ਹਿੱਸਿਆਂ 'ਚ ਪਾਰਟੀਸ਼ਨ ਕਰ ਲਿਆ ਹੈਗਾ, ਇੱਕ V1 ਕਹਿ ਲਓ ਔਰ ਇੱਕ ਆਪਣੇ ਕੋਲ ਹੋ ਗਿਆ ਵਰਟੈਕਸ ਸੈਟ V2। ਨੀਚੇ ਵਾਲਾ V2 ਹੈ, ਉੱਪਰ ਵਾਲੀਆਂ ਤਿੰਨ ਵਰਟਿਸਿਸ V1। ਨਾਓ ਅਸੀਂ ਕੀ ਕਰਨਾ ਹੈ, ਪ੍ਰੂਵ ਇਹ ਕਰਨਾ ਹੈ ਕਿ G ਕੰਟੇਨਸ ਨੋ ਆਡ ਸਾਈਕਲ। ਤਾਂ ਅਸੀਂ ਇੱਕ ਸਾਈਕਲ ਜਿਹੜਾ ਹੈਗਾ ਟ੍ਰੇਸ ਕਰਨਾ ਸ਼ੁਰੂ ਕਰਦੇ ਹਾਂ। let a vertex X belongs to V1. Let us suppose this is X. This is the first vertex which is X, and the cycle begins at X. और इसे vertex तो cycle ਜਿਹੜਾ ਹੈਗਾ ਉਹ start ਹੋਇਆ। ਤਾਂ cycle start ਹੋਇਆ ਦਾ ਮਤਲਬ X ਤੋਂ ਬਾਅਦ ਇੱਕ edge draw ਕਰਾਂਗੇ ਜਿਹੜੀ ਕਿਸੇ ਵਰਟੈਕਸ Y ਤੇ ਜਾਏਗੀ ਸਪੋਜ਼, ਫਿਰ Y ਤੋਂ ਬਾਅਦ ਇੱਕ ਹੋਰ ਐਜ ਆਏਗੀ ਜਿਹੜੀ Z ਤੇ ਜਾਏਗੀ। ਹੁਣ ਇੱਕ ਗੱਲ ਇਸ ਦੇ ਵਿੱਚ ਇਹ ਜ਼ਰੂਰ ਹੋਏਗੀ, ਕਿਉਂਕਿ ਗ੍ਰਾਫ ਬਾਈਪਾਰਟੀਟ ਹੈ, ਜੇ X ਵਰਟੈਕਸ V1 ਦੇ ਵਿੱਚ ਸੀਗੀ ਤਾਂ ਜਿਹਨੂੰ ਇਹ ਜੁਆਇਨ ਕਰੇਗਾ ਉਹ ਵਰਟੈਕਸ ਸ਼ੋਰਲੀ ਕਿਹਦੇ ਵਿੱਚ ਹੋਏਗੀ, V2 ਦੇ ਵਿੱਚ ਹੋਏਗੀ, ਕਿਉਂਕਿ ਬਾਈਪਾਰਟੀਟ ਦੀ ਕੰਡੀਸ਼ਨ ਇਹੀ ਆ ਕਿ V1 ਦੀ ਵਰਟੈਕਸ ਜਿਹੜੀ ਹੈ ਉਹ V2 ਨਾਲ ਹੀ ਜੁਆਇਨ ਕਰ ਸਕਦੇ, V1 ਦੀ ਆਪਸ ਦੇ ਵਿੱਚ ਅਸੀਂ ਨਹੀਂ ਜੁਆਇਨ ਕਰ ਸਕਦੇ। ਸੋ X ਤੋਂ ਜੇ ਸਟਾਰਟ ਕਰਾਂਗੇ ਤਾਂ ਕਨੈਕਟ ਹੋਏਗਾ ਕਿਸੇ ਵਰਟੈਕਸ Y ਨਾਲ ਜਿਹੜੀ ਕਿ V2 ਦੇ ਵਿੱਚ ਹੋਏਗੀ, फिर y किसे वर्टेक्स नाल ज्वाइन होएगा जेडी किस दे विच होएगी v1 दे विच। let it join to vertex y which belongs to v2 and then this y will be connected to a vertex in v1, suppose it is z and so on। फिर उस तो बाद की होएगा, जे हुण असीं z कोल पहुंच गए क्योंकि साइकिल कंप्लीट करना है, साइकिल कंप्लीट करन दा मतलब असीं वापस x कोल आना है। ਤਾਂ ਹੁਣ ਸਪੋਜ਼ ਫਿਰ ਹੁਣ ਅਸੀਂ ਤਾਂ z ਕੋਲ ਪਹੁੰਚੇ ਆ, ਤਾਂ ਜੇ ਵਾਪਸ x ਕੋਲ ਆਣਾ ਹੈ z ਤੋਂ ਡਾਇਰੈਕਟਲੀ x ਕੋਲ ਤਾਂ ਜਾ ਨਹੀਂ ਸਕਦੇ, ਤਾਂ Z ਤੋਂ ਕਿਉਂਕਿ ਜੇ ਡਾਇਰੈਕਟਲੀ X ਕੋਲ ਜਾਵਾਂਗੇ ਤਾਂ V1 ਦੀਆਂ ਵਰਟਿਸਿਸ ਐਡਜਸੈਂਟ ਹੋ ਜਾਣਗੀਆਂ। ਸੋ ਵੀ ਹੈਵ ਟੂ ਮੂਵ ਟੂ V2। ਤਾਂ Z ਤੇ ਆ ਗਏ ਤਾਂ ਸਾਨੂੰ ਵਾਪਸ ਇੱਥੇ V2 ਦੇ ਕਿਸੇ ਵਰਟੈਕਸ ਕੋਲ ਜਾਣਾ ਪਊਗਾ, ਫਿਰ V2 ਦੇ ਵਰਟੈਕਸ ਤੋਂ ਅਸੀਂ ਸਪੋਜ਼ ਇੱਥੇ X ਦੇ ਵਰਟੈਕਸ ਤੇ ਆਵਾਂਗੇ। ਤਾਂ ਇਟ ਮੀਨਸ ਤੁਸੀਂ ਦੇਖ ਸਕਦੇ ਹੋ ਇੱਕ ਵਾਰ V1 ਕੋਲ ਜਾ ਰਹੇ ਹੋ, ਇੱਕ ਵਾਰ V2, ਫਿਰ V1 ਫਿਰ V2 ਐਵੇਂ ਚੱਲਦਾ ਪਿਆ। ਤਾਂ ਇਟ ਮੀਨਸ ਇੱਕ ਵਾਰ ਐਜ ਆਈ V1 ਟੂ V2, ਫਿਰ V2 ਟੂ V3, मतलब V1 ਦੇ ਵਿੱਚ ਹੀ ਫਿਰ ਚਲੀ ਗਈ, फिर V1 तो फिर वापस आना पै रहा V2 ਚ, फिर V2 तो फिर V1 ਤੇ ਸੈੱਟ ਵਿੱਚ ਜਾਣਾ ਪੈ ਰਿਹਾ X ਤੱਕ ਜੇ ਵਾਪਸ ਪਹੁੰਚਣਾ। ਤਾਂ ਜਿਵੇਂ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਕਿੰਨੀ ਐਜਸ ਟ੍ਰੇਸ ਹੋਈਆਂ, ਦੇਖੋ 1 2 3 4। ਤਾਂ ਇਹ ਸਾਈਕਲ ਦਾ ਬਣ ਗਿਆ, ਬਟ ਇਹ ਕਿੰਨੇ ਵਰਟਿਸਿਸ ਕਿੰਨੀ ਐਜਸ ਦੇ ਨਾਲ ਬਣਿਆ, 4 ਐਜਸ ਦੇ ਨਾਲ। ਦੈਟ ਮੀਨਸ ਈਵਨ ਸਾਈਕਲ ਬਣਿਆ, ਔਰ ਈਵਨ ਹੀ ਬਣੇਗਾ ਕਿਉਂਕਿ ਜੇ ਔਡ ਬਣਦਾ ਹੁੰਦਾ ਫਿਰ ਅਸੀਂ ਜੇ ਔਡ ਹੁੰਦਾ ਫਿਰ ਤਾਂ ਅਸੀਂ Z ਤੋਂ X ਐਵੇਂ ਬਣਾ ਸਕਦੇ ਹੁੰਦੇ, ਬਟ ਇਟ ਇਜ਼ ਨਾਟ ਅਲਾਉਡ ਬਿਕੋਜ਼ ਦ ਗ੍ਰਾਫ ਇਜ਼ ਬਾਈਪਾਰਟਿਟ। So we have to move from Z to the vertex in V2 and then to the vertex X। ਤਾਂ ਇਸੇ ਤਰ੍ਹਾਂ ਹੀ ਪੋਸੀਬਲ ਸੀਗਾ, ਔਰ 4 ਐਜਸ ਯੂਜ਼ ਹੋਈਆਂ, that means even number of edges ਯੂਜ਼ ਹੋਈਆਂ, ਤਾਂ ਇਹ ਆਪਣੇ ਕੋਲ ਈਵਨ ਸਾਈਕਲ ਹੈ। ਜੇ ਸਪੋਜ਼ ਤੁਸੀਂ ਕਹਿ ਰਹੇ ਹੋ ਅਸੀਂ ਨਹੀਂ ਸਾਈਕਲ ਹਲੇ ਖਤਮ ਨਹੀਂ ਕੀਤਾ ਹੈਗਾ, ਅਸੀਂ ਹਲੇ ਹੋਰ ਵੀ ਟਰੈਵਲ ਕਰਨਾ ਗ੍ਰਾਫ ਚ, ਤਾਂ ਸਪੋਜ਼ ਮੈਨੇ ਇੱਕ ਵਰਟੈਕਸ ਹੋਰ ਐਡ ਕਰ ਲਈ ਗ੍ਰਾਫ ਦੇ ਵਿੱਚ, ਠੀਕ ਹੈ। ਤੇ ਇਹ ਸਪੋਜ਼ ਅਸੀਂ X ਤੋਂ ਫੇਰ ਆਊਟ ਹੋਏ, ਇਸ ਵਰਟੈਕਸ ਕੋਲ ਪਹੁੰਚ ਗਏ, ਪਹਿਲਾਂ 4 ਐਜਸ ਯੂਜ਼ ਹੋਈਆਂ ਸੀ, ਇਹ 5ਵੀਂ ਐਜ ਹੋ ਗਈ, फिर ਇਹਦੇ ਕੋਲ ਆ ਗਏ, ਇਹ 6ਵੀਂ ਐਜ ਹੋ ਗਈ, ਇਹ 7ਵੀਂ ਹੋ ਗਈ ਐਜ 7th, ਔਰ ਫਿਰ ਉਸ ਤੋਂ ਬਾਅਦ ਇਹ ਵਾਲੀ ਜਿਹੜੀ ਐਜ ਹੈਗੀ ਆ ਵਾਪਸ ਅਸੀਂ ਇਹਦੇ ਕੋਲ ਪਹੁੰਚ ਗਏ ਸੀਗੇ, ਤੇ ਇਹਦੇ ਕੋਲ ਵਾਪਸ ਅਸੀਂ X ਕੋਲ ਇਸ ਐਜ ਦੇ ਥਰੂ ਜਾਵਾਂਗੇ 8ਵੀਂ ਐਜ। ਤਾਂ ਇਟ ਮੀਨਸ ਹਮੇਸ਼ਾ ਈਵਨ ਨੰਬਰ ਦੇ ਵਿੱਚ ਹੀ ਐਜਸ ਆਪਣੀਆਂ ਐਡ ਹੋ ਰਹੀਆਂ ਨੇ। ਸੋ every cycle in this bipartite graph is always a even cycle, not a odd cycle। So he likha when cycle gets completed, that is it returns to X in V1, then it will be of even length because G is bipartite, therefore G has no odd cycle। So now C implies A, that means we are given that in a graph every cycle is even cycle, so we have to prove that G is 2 colorable। let each cycle in G is even,
सो टू कलरेबल है मतलब ऐसे ग्राफ में फिर कलर करने वास्ते दो ही कलर्स की लोड़ पेगी, ਅਸੀਂ जस्टिफाई करके दें। So let us suppose some vertex be colored red. So let us suppose this vertex is colored red. ਤਾਂ मैंने उरे दो तरह ਦਾ ग्राफ ਤੁਹਾਨੂੰ एग्जांपल ਦੇ ਲਈ ਸ਼ੋ ਕੀਤਾ, ਇੱਕ ਈਵਨ ਇੱਕ ऑड ਸਾਈਕਲ। ਤਾਂ ਮੈਂ ਜਸਟੀਫਾਈ ਕਰਾਂਗਾ ਕਿ ਕਿਵੇਂ ਈਵਨ ਸਾਈਕਲ ਹੋਣ ਦੇ ਨਾਲ ਹੀ ਆਪਣੇ ਕੋਲ ਦੋ ਕਲਰਸ ਬਣਨਗੇ, ਜੇ ऑड ਸਾਈਕਲ ਆਊਗਾ ਤਾਂ ਦੋ ਤੋਂ ਜ਼ਿਆਦਾ ਕਲਰਸ ਬਣਨਗੇ। ਸੋ ਪਹਿਲਾਂ ਮੈਂ ਕੰਟੀਨਿਊ ਕਰਨਾ ਕਿ let some vertex is colored red, ਸੋ ਇਸ ਦਾ ਕਲਰ ਅਸੀਂ ਰੈੱਡ ਕਰ ਦਿੱਤਾ। ਸੋ ਇਸ ਦਾ ਜਿਹੜਾ ਐਡਜੈਸੈਂਟ ਵਰਟੈਕਸ ਹੈ ਉਹਦਾ ਕਲਰ ਅਸੀਂ ਰੈੱਡ ਨਹੀਂ ਰੱਖ ਸਕਦੇ, ਉਹਦਾ ਕਲਰ ਕੋਈ ਡਿਫਰੈਂਟ ਰੱਖਣਾ ਪਊਗਾ, ਲੈਟ ਅਸ ਸਪੋਜ਼ ਗ੍ਰੀਨ, ਤਾਂ ਇਹ ਗ੍ਰੀਨ ਰੱਖ ਦਿੱਤਾ। ਹੁਣ ਕਿਉਂਕਿ ਸਾਈਕਲ ਜਿਹੜਾ ਹੈ ਉਹ ਈਵਨ ਸਾਈਕਲ ਹੈ, ਹਰ ਇੱਕ ਸਾਈਕਲ ਈਵਨ ਸਾਈਕਲ ਹੈ, ਤਾਂ ਇਟ ਮੀਨਸ ਜੇ ਅਸੀਂ ਇਸ ਵਰਟੈਕਸ ਕੋਲ ਆ ਗਏ, ਠੀਕ ਹੈ, ਤਾਂ ਇਸ ਦਾ ਜਿਹੜਾ ਐਡਜੈਸੈਂਟ ਵਰਟੈਕਸ ਹੈ ਉਹਦਾ ਕਲਰ ਵੀ ਅਸੀਂ ਫਿਰ ਰੈੱਡ ਕਰ ਸਕਦੇ, ਕਿਉਂਕਿ ਜੇ ਗ੍ਰਾਫ ਦੇ ਵਿੱਚ ਹੁੰਦਾ ऑड ਸਾਈਕਲ, ਜਿਵੇਂ ਇਹ ਡਾਇਗਰਾਮ ਤੁਸੀਂ ਦੇਖ ਸਕਦੇ ਹੋ, ਜੇ ਦੇਖੋ ਅਸੀਂ ਜੇ ਸਪੋਜ਼ ਇੱਥੋਂ ਦੀ ਸਟਾਰਟ ਕਰੀਏ ऑड ਸਾਈਕਲ ਦੇ ਵਿੱਚ, ਇਹਦਾ ਕਲਰ ਅਸੀਂ ਰੈੱਡ ਰੱਖਿਆ ਤਾਂ ਇਹਦੇ ਐਡਜੈਸੈਂਟ ਦਾ ਹੋ ਗਿਆ ਗ੍ਰੀਨ। ਹੁਣ ਇਹਦਾ ਕਲਰ ਕਰਨਾ ਸੀਗਾ, ਹੁਣ ਇਸ ਗ੍ਰਾਫ ਦੇ ਵਿੱਚ ਹੈਗਾ ऑड ਸਾਈਕਲ ਕਿਉਂਕਿ ਤਿੰਨ ਐਜਿਸ ਨਾਲ ਸਾਈਕਲ ਬਣ ਰਿਹਾ ਹੈ, ਤਾਂ ਜੇਕਰ ਹੁਣ ਅਸੀਂ ਇਸ ਦੀ ਗੱਲ ਕਰੀਏ ਅਗਰ ਇਹ ऑड ਸਾਈਕਲ ਹੈ ਤਾਂ ਇਹ ਸ਼ੋਰਲੀ ਇਹ ਵਾਲਾ ਕਲਰ ਨਾ ਰੈੱਡ ਹੋਏਗਾ ਨਾ ਗ੍ਰੀਨ ਹੋਏਗਾ, ਇਟ ਮੀਨਸ ਇਹ ਵਾਲਾ ਕਲਰ ਸਾਨੂੰ ਕੋਈ ਡਿਫਰੈਂਟ ਚੂਜ਼ ਕਰਨਾ ਪਏਗਾ, ਲੈਟ ਅਸ ਸਪੋਜ਼ ਬੀ ਯੈਲੋ। ਤਾਂ ਜੇ ऑड ਸਾਈਕਲ ਹੋਏਗਾ ਤਾਂ ਸਾਨੂੰ ਫਿਰ ਤੀਸਰੇ ਕਲਰ ਨੂੰ ਯੂਜ਼ ਕਰਨ ਦੀ ਜ਼ਰੂਰਤ ਪਏਗੀ, ਅਦਰਵਾਈਜ਼ ਸਾਨੂੰ ਤੀਸਰੇ ਕਲਰ ਨੂੰ ਯੂਜ਼ ਕਰਨ ਦੀ ਜ਼ਰੂਰਤ ਨਹੀਂ ਪੈਣੀ, ਕਿਉਂਕਿ ਜੇ ऑड ਸਾਈਕਲ ਹੁੰਦਾ ਦੋ ਐਜਿਸ ਅਸੀਂ ਆਲਰੇਡੀ ਉਰੇ ਆ ਬਣਾ ਚੁੱਕੇ ਸੀ, ਤੀਸਰੀ ਐਜ ਜੇ ਉਰੇ ਐਵੇਂ ਹੁੰਦੀ ਫਿਰ ਇਹਦਾ ਕਲਰ ਅਸੀਂ ਰੈੱਡ ਨਹੀਂ ਕਰ ਸਕਦੇ ਸੀ, ਇਹਦਾ ਕਲਰ ਸਾਨੂੰ ਕੋਈ ਤੀਸਰਾ ਯੂਜ਼ ਕਰਨਾ ਪੈਂਦਾ। So due to the even cycle in the graph, we can choose a vertex green ਜਦੋਂ ਅਸੀਂ ਕਰ ਲਈ ਤਾਂ ਇੱਕ ਐਸੀ vertex ਨਾਲ ਇਹਨੂੰ ਐਡਜਸਟ ਕਰਾਵਾਂਗੇ ਜਿਹਦਾ ਕਲਰ ਵੀ ਕੀ ਹੋਏਗਾ ਫਿਰ ਰੈੱਡ ਹੋਏਗਾ, ਤਾਂ ਹੀ ਕਰਕੇ ਲਿਖਿਆ and its adjacent vertex will have color red because every cycle has even length। ਜੇ ऑड ਸਾਈਕਲ ਹੁੰਦਾ ਫਿਰ ਸਾਨੂੰ ਪੋਸਿਬਿਲਿਟੀ ਸੀਗੀ ਕਿ yellow ਕਲਰ ਚੂਜ਼ ਕਰਨਾ ਪੈ ਜਾਂਦਾ, ਬਟ ਹੁਣ ਕਿਉਂਕਿ ਹਰੇਕ ਸਾਈਕਲ ਜਿਹੜਾ ਹੈ ਉਹ ਈਵਨ ਸਾਈਕਲ ਹੈ, ਜੇ ਵਾਪਸ ਇਸ ਵਰਟੈਕਸ ਕੋਲ ਅਸੀਂ ਪਹੁੰਚਣਾ ਹੈਗਾ ਤਾਂ ਘੱਟੋ ਘੱਟ ਸਾਨੂੰ ਚਾਰ ਜਿਹੜੀਆਂ ਐਜਿਸ ਹੈਗੀਆਂ ਨੇ ਉਹ ਈਵਨ ਗਿਣਤੀ ਦੇ ਵਿੱਚ ਯੂਜ਼ ਕਰਕੇ ਪਹੁੰਚਣਾ, ਦੋ ਨਾਲ ਤਾਂ ਆਬਵੀਅਸਲੀ ਬਣਨਾ ਨਹੀਂ ਹੈਗਾ, ਸਿੰਪਲ ਗ੍ਰਾਫ ਹੈ, ਤਾਂ ਘੱਟੋ ਘੱਟ ਸਾਨੂੰ ਚਾਰ ਐਜਿਸ ਇਹਦੇ ਵਿੱਚ ਲੋਡ ਹੈਗੀ ਇਸ ਵਰਟੈਕਸ ਵੀ ਇਹਦੇ ਤੱਕ ਵਾਪਸ ਪਹੁੰਚਣ ਵਾਸਤੇ। ਤਾਂ ਇਸ ਲਈ ਇਸ ਦਾ ਕਲਰ ਅਸੀਂ ਅਗੇਨ ਰੈੱਡ ਕਰ ਸਕਦੇ ਹਾਂ, ਇਹਨੂੰ ਇਹਦੇ ਐਡਜਸੈਂਟ ਨਹੀਂ ਕਰ ਸਕਦੇ ਕਿਉਂਕਿ ਜੇ ਇਹਨੂੰ ਇਹਦੇ ਐਡਜਸੈਂਟ ਕਰ ਲਿਆ ਤਾਂ ऑड ਸਾਈਕਲ ਆ ਜਾਊਗਾ ਗ੍ਰਾਫ ਵਿੱਚ, ਬਟ ਵੀ ਆਰ ਗਿਵਨ every cycle is a even cycle, so we can choose the adjacent color of green is to be red। ठीक है, ਤਾਂ ਇਹ ਤਾਂ ਹੀ ਪੋਸੀਬਲ ਹੋਇਆ ਕਿਉਂਕਿ ਹਰ ਇੱਕ ਸਾਈਕਲ ਦੀ ਈਵਨ ਲੈਂਥ ਹੈ। ਜੇ ਇਹ ਚੀਜ਼ ਅਸੀਂ ਨਹੀਂ ਕਰਦੇ, ਅਸੀਂ ਕਹਿੰਦੇ ਹਾਂ ਕਿ ਅਸੀਂ ਉਰੇ ਕੋਈ ਤੀਸਰਾ ਕਲਰ ਯੂਜ਼ ਕਰਨਾ ਹੈਗਾ ਤਾਂ ਗ੍ਰਾਫ ਦੇ ਵਿੱਚ ਫਿਰ ऑड ਸਾਈਕਲ ਆਉਣ ਦੇ ਚਾਂਸਸ ਬਣ ਸਕਦੇ, ਫਿਰ ਤੁਸੀਂ ਇਹਨਾਂ ਨੂੰ ਵੀ ਜੁਆਇਨ ਕਰ ਸਕਦੇ ਹੋ, the graph can have ऑड cycle। So to avoid the ऑड cycle you must have to color these third vertex with the same color as of red, otherwise ऑड cycle create हो सकता है graph। Therefore the sequence of vertices of even cycle will be red green red red green red green red and so on। So only two colors are used to color the graph, therefore G is two colorable।